प्रधानमंत्री नरेंद्र मोदी ਦੇ ਹੋਏ 8 ਸਾਲ ਪੂਰੇ। ਕਿੱਦਾਂ ਦੀ ਲੱਗੀ ਲੋਕਾਂ ਨੂੰ 8 ਸਾਲ ਦੀ ਕਾਰਗੁਜ਼ਾਰੀ? जब तक नरेंद्र मोदी जिंदा है ना ये प्रधानमंत्री बनूगा, इन्हू प्रधानमंत्री मरण तो बाद ही जाऊगा। उन्हें साल 2 साल बहुत मुश्किल के नाल साडे बीते, उहदे च साडा कारोबार भी खराब होंदा रहा, हुण थोड़ा नॉर्मल हो गया। तुसीं मनमोहन सिंह की सरकार की गल करते हो, वो मनमोहन सिंह की सरकार नहीं सी, वो सोनिया गांधी सरकार थी। मनमोहन सिंह तो बेचारा एक सीधा साधा बंदा सी। नरेंद्र मोदी अपने कंट्रोल के नाल अपने दिमाग नाल काम करता है, जो ये करता है मेरे हिसाब नाल ये बहुत वधिया काम कर रहा है। वो इंसान की मतलब रोज़मर्रा की जिंदगी जी बद तो बदतर हो गई। ये जो फिर नोटबंदी का या मतलब होर मतलब कि अगे अगे जिन्ने भी फैक्टर आए हैं वो निवाण वाले पासे लैके जाते रहे हैं। परेशानियां वधियां गईयां दिन ब दिन। अजे तक भी आसमंद है कि भी शायद मतलब कि इदा कोई अल्लाह दिन का चिराग आएगा तो असी मतलब कि जल्दी मतलब कि इस तो निजात पा लाँगे, बट इट इज़ नॉट पॉसीबल। ना तो कारोबार वाले पासे, ना मतलब सर्विसिज वाले पासे, ना गवर्नमेंट जॉब वाले पासे, ना ही प्राइवेट मतलब कि सैक्टर के मतलब किसी पासे भी मतलब कोई भी उन्होंने मतलब कि निजात नहीं मिल रही। ਤੁਸੀਂ ਪ੍ਰਧਾਨ ਨਰਿੰਦਰ ਮੋਦੀ ਨੂੰ ਦੁਬਾਰਾ 2 ਸਾਲ ਬਾਅਦ ਪ੍ਰਧਾਨ ਮੰਤਰੀ ਦੇਖੋਗੇ? ਜਿਹੜਾ ਆਮ ਜਿਹੜਾ ਅਨਪੜ੍ਹ ਮਤਲਬ ਕਿ ਵੋਟਰ ਹੈ ਜਿਹਨੂੰ ਇਹ ਜਾਣਬੁੱਝ ਕੇ ਇੱਥੇ ਇਸ ਸਟੇਜ ਦੇ ਉੱਤੇ ਰੱਖਣਾ ਚਾਹੁੰਦੇ ਨੇ, ਉਹ ਫਸ ਜਾਂਦਾ ਹੈਗਾ ਮਤਲਬ ਜਿਹਦੇ ਕਰਕੇ ਅਲਟੀਮੇਟਲੀ ਦੇਸ਼ ਸਾਡਾ ਪਿੱਛੇ ਨੂੰ ਜਾ ਰਿਹਾ ਹੈਗਾ। ਮਤਲਬ ਕਿ ਕਿਸਾਨਾਂ ਦਾ ਅੰਦੋਲਨ ਛੱਡ ਦਈਏ, ਬਾਕੀ ਕੋਈ ਵੀ ਕੰਮ ਉਹਨਾਂ ਨੇ ਹੁਣ ਤੱਕ ਜਿਹੜੇ ਕੀਤੇ ਨੇ ਸਾਰੇ ਵਧੀਆ ਹੀ ਕੀਤੇ ਨੇ। ਚਾਹੇ ਨੋਟਬੰਦੀ ਸੀ, ਨੋਟਬੰਦੀ ਕਰਨ ਦਾ ਮੇਨ ਮਕਸਦ ਸੀਗਾ ਕਿ ਜਿਹੜੇ ਆਪਾਂ ਟੈਰਰਿਸਟ ਨੇ ਉਹਨਾਂ ਨੂੰ ਪੈਸੇ ਜਾਂਦੇ ਸੀਗੇ 2 ਨੰਬਰ ਦੇ, ਇੱਕਦਮ ਉਹਨਾਂ ਨੇ ਨੋਟਬੰਦੀ ਕੀਤੀ ਕਿ ਸਾਰੇ ਜਿੰਨੇ ਵੀ ਆਪਣੇ ਪੁਰਾਣੇ ਨੋਟ ਸੀ ਉਹ ਬੰਦ ਹੋ ਗਏ। ਤੁਹਾਨੂੰ ਅਸਲ ਵਿੱਚ ਲੱਗਦਾ ਹੈ ਕਿ ਇਸ ਟਾਈਮ ਤੇ ਕਾਲਾ ਧਨ ਨਿਕਲਿਆ? ਦੇਖੋ ਜੀ, ਕਾਲਾ ਧਨ ਤਾਂ ਉੱਥੇ ਦਾ ਉੱਥੇ ਹੀ ਖੜਾ ਜੀ। ਸਵਿਟਜ਼ਰਲੈਂਡ ਦੇ ਬੈਂਕਾਂ 'ਚ ਪਹਿਲਾਂ ਸੀ ਤੇ ਅੱਜ ਵੀ ਉੱਥੇ ਹੀ ਹੈ। ਤਗੜਾ ਬੰਦਾ ਤਾਂ ਕੋਈ ਲਾਈਨ 'ਚ ਲੱਗਿਆ ਨਹੀਂ ਜੀ। ਕਰੋੜਪਤੀ ਤਾਂ ਉਹਨਾਂ ਦੇ ਘਰ ਆ ਕੇ ਬੈਂਕ ਵਾਲੇ ਪੈਸੇ ਦੇ ਕੇ ਜਾਂਦੇ ਸੀ। ਅੱਧਿਆਂ ਤੋਂ ਵੱਧ ਪੈਸੇ ਤਾਂ ਉਹਨਾਂ ਦੇ ਆਪਣੇ ਮੰਤਰੀਆਂ ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਸਾਡੇ ਬੀਜੇਪੀ ਦੇ ਨੇ, ਚਾਹੇ ਉਹ ਕਿਸੇ ਹੋਰ ਥਰਡ ਪਾਰਟੀ ਦੇ ਨੇ। ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਜੀ ਹਾਂ, ਬਿਲਕੁਲ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਜਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜਾ 8 ਸਾਲ ਪੂਰੇ ਹੋ ਚੁੱਕੇ ਨੇ, 8 ਸਾਲ ਪੂਰੇ ਹੋ ਚੁੱਕੇ ਨੇ। ਹੁਣ ਇਸ ਨੂੰ ਲੈ ਕੇ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਲਈ ਨਿਕਲੇ ਹਾਂ ਕਿ 8 ਸਾਲ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹੇ ਨੇ ਉਹ ਕਿੱਦਾਂ ਦੇ ਰਹੇ ਨੇ, ਤੇ ਲੋਕਾਂ ਨੂੰ ਅਸੀਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ 8 ਸਾਲ ਦੀ ਕਾਰਗੁਜ਼ਾਰੀ ਤਾਂ ਕਿੱਦਾਂ ਦੀ ਰਹੀ। ਪਰ ਜਿਹੜਾ ਪਹਿਲੇ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਨਮੋਹਨ ਸਿੰਘ ਜੀ, ਤੇ ਹੁਣ ਦੇ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਨੇ, ਉਹਨਾਂ ਦੇ ਵਿੱਚ ਕਿਹੜੇ ਉਹਨਾਂ ਨੂੰ ਜ਼ਿਆਦਾ ਪਸੰਦ ਨੇ, ਤੇ ਹੋਰ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਜੋ ਉਹਨਾਂ ਦੇ ਵੱਲੋਂ ਫੈਸਲੇ ਲਿੱਤੇ ਗਏ, ਜੋ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਨੇ, ਕਿੱਦਾਂ ਦੇ ਲੱਗ ਰਹੇ ਨੇ ਲੋਕਾਂ ਨੂੰ, ਆਓ ਅਸੀਂ ਗੱਲਬਾਤ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਸਾਲ ਪੂਰੇ ਹੋ ਗਏ, ਕਿੱਦਾਂ ਦੀ ਲੱਗੀ 8 ਸਾਲ ਦੀ ਕਾਰਗੁਜ਼ਾਰੀ? 8 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਤਲਬ ਜਿਹੜਾ ਸਮਾਲ ਸਕੇਲ ਬਿਜ਼ਨਸਮੈਨ ਹੈ ਉਹਦੇ ਉੱਤੇ ਇਹ ਜਿਹੜੇ ਹੈਗੇ ਨੇ ਬੜੇ ਭਾਰੂ ਪਏ ਨੇ। ਮਤਲਬ ਕਿ ਆਮ ਜਿਹੜਾ ਸਮਾਲ ਸਕੇਲ ਦੇ ਵਿੱਚ ਜਿਹੜਾ ਛੋਟੇ ਮਤਲਬ ਕਿ ਉਹਦੇ ਤੇ ਕੰਮ ਕਾਰੋਬਾਰੀ ਕਰਦਾ ਸੀ ਇਨਸਾਨ, ਉਹ ਬਹੁਤ ਕ੍ਰਸ਼ ਹੋਇਆ ਮਤਲਬ ਕਿ ਇਹਦੇ ਵਿੱਚ। ਮਤਲਬ ਕਿ ਉਹਨੂੰ ਆਮ ਬੰਦੇ ਨੂੰ ਜਿਹੜਾ ਹੈਗਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕਮਾ ਕੇ ਆਪਣੇ ਪਰਿਵਾਰ ਨੂੰ ਪਾਲਣਾ ਬੜਾ ਮੁਸ਼ਕਿਲ ਹੋ ਗਿਆ ਹੈਗਾ। ਮਤਲਬ ਕਿ ਕਿਉਂਕਿ ਛੋਟੇ ਜਿਹੜੇ ਮਤਲਬ ਕਿ ਵਪਾਰੀ ਹੈਗਾ ਵਰਗ ਹੈਗਾ, ਜਾਂ ਮਤਲਬ ਕਿ ਇੱਦਾਂ ਦਾ ਰੇਹੜੀ ਫੜੀ ਹੋ ਜਾ ਹੋਰ ਵੀ ਕਿਸੇ ਉਹਦੇ ਨਾਲ ਕਿਤੇ ਨਾਲ ਜੁੜਿਆ ਹੋਇਆ, ਉਹ ਇਨਸਾਨ ਦੀ ਮਤਲਬ ਰੋਜ਼ਮਰਰਾ ਦੀ ਜ਼ਿੰਦਗੀ ਜਿਹੜੀ ਬਦ ਤੋਂ ਬਦਤਰ ਹੋ ਗਈ ਹੈ। ਹੋਰ ਦੱਸੋ ਇਹਦੇ ਬਾਰੇ। ਮਤਲਬ ਜੇ ਅਸੀਂ ਇਹ ਗੱਲ ਕਰੀਏ ਕਿ ਜਦੋਂ ਇਹ ਨੋਟਬੰਦੀ ਦਾ ਟਾਈਮ ਆਇਆ ਇੱਕ, ਹੈ ਨਾ, ਇਸ ਟਾਈਮ ਤੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਹੋਈ, ਤੇ ਤੁਸੀਂ ਸੋਚਿਆ ਸੀ ਕਦੇ ਇਹ ਟਾਈਮ ਆਏਗਾ ਕਿ ਐਦਾਂ ਦਾ ਕੋਈ ਪ੍ਰਧਾਨ ਮੰਤਰੀ ਆਏਗਾ ਕਿ ਜੋ ਨੋਟ ਮਤਲਬ ਜੋ ਨੋਟ ਚੱਲ ਰਹੇ ਨੇ, ਜੋ ਕਰੰਸੀ ਚੱਲ ਰਹੀ ਉਹ ਬੰਦ ਹੋ ਜਾਏਗੀ, ਹੈ ਨਾ? ਐਦਾਂ ਦਾ ਕਦੇ ਸੋਚਿਆ ਸੀ? ਉਸ ਟਾਈਮ ਦਾ ਕੀ ਇਫੈਕਟ ਪਿਆ ਹਜੇ ਤੱਕ ਜੋ ਚੱਲਦਾ ਪਿਆ? ਦਰਅਸਲ ਜਦੋਂ ਮਤਲਬ ਕਿ ਮੋਦੀ ਸਾਹਿਬ ਆਏ ਨੇ, ਮਤਲਬ ਕਿ ਇਹਨਾਂ ਦੇ ਮਤਲਬ ਕਿ ਕਹਿਣ ਸੁਣਨ ਦੇ ਉੱਤੋਂ ਗੱਲਾਂ ਦੇ ਲੋਕੀ ਬਹੁਤ ਹੀ ਮਤਲਬ ਕਿ ਪ੍ਰਭਾਵਿਤ ਹੋਏ ਸੀਗੇ ਵੀ ਮਤਲਬ ਕਿ ਇਹਨਾਂ ਨੇ ਜਿੱਦਾਂ ਮਤਲਬ ਕਿ ਅੱਛੇ ਦਿਨ ਆ ਰਹੇ ਹੈ ਜੇ ਉਹ ਕਰਦੇ ਲੋਕਾਂ ਨੂੰ ਬੜੇ ਆਸਮੰਦ ਸੀਗੇ ਲੋਕੀ। ਲੇਕਿਨ ਲੋਕਾਂ ਦੇ ਵਿੱਚ ਮੈਂ ਸਮਝਦਾ ਹੈਗਾ ਵੀ ਤਿਆਰੀ ਨਹੀਂ ਸੀ ਉਹਨਾਂ ਦਾ, ਆਪਣੇ ਅੰਦਰੋਂ ਕੁਝ ਨਹੀਂ ਸੀ, ਉਹ ਮਤਲਬ ਕਿ ਆਸਮੰਦ ਜ਼ਿਆਦਾ ਸੀਗੇ। ਤੇ ਇਹ ਜਿਹੜੇ ਫਿਰ ਨੋਟਬੰਦੀ ਦਾ ਜਾਂ ਮਤਲਬ ਕਿ ਹੋਰ ਮਤਲਬ ਕਿ ਅੱਗੇ ਅੱਗੇ ਜਿੰਨੇ ਵੀ ਫੈਕਟਰ ਆਏ ਨੇ ਉਹ ਨਿਵਾਣ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਰਹੇ ਨੇ। ਪਰੇਸ਼ਾਨੀਆਂ ਵੱਧਦੀਆਂ ਗਈਆਂ ਦਿਨ ਬ ਦਿਨ, ਨਾ ਕਿ ਮਤਲਬ ਪਰੇਸ਼ਾਨੀਆਂ ਘਟਣ ਦੀਆਂ। ਲੋਕੀ ਆਸਾ ਰੱਖੀ ਬੈਠੇ ਰਹੇ ਨੇ, ਅਜੇ ਤੱਕ ਵੀ ਆਸਮੰਦ ਹੈਗੇ ਨੇ ਵੀ ਸ਼ਾਇਦ ਮਤਲਬ ਕਿ ਇੱਦਾਂ ਦਾ ਕੋਈ ਅੱਲਾ ਦਿਨ ਦਾ ਚਿਰਾਗ ਆਏਗਾ ਤੇ ਅਸੀਂ ਮਤਲਬ ਕਿ ਜਲਦੀ ਮਤਲਬ ਕਿ ਇਸ ਤੋਂ ਨਿਜਾਤ ਪਾ ਲਾਂਗੇ, ਬਟ ਇਟ ਇਜ਼ ਨਾਟ ਪੋਸੀਬਲ। ਇਹ ਮਤਲਬ ਕਿ ਡੇ ਬਾਈ ਡੇ ਮਤਲਬ ਕਿ ਇਨਸਾਨ ਨੂੰ ਹੁਣ ਮਤਲਬ ਕਿ ਮਹਿਸੂਸ ਹੁੰਦਾ ਜਾ ਰਿਹਾ ਵੀ ਆਪਣੇ ਕੀਤੇ ਹੀ ਕੁਝ ਹੋਣਾ। ਮਤਲਬ ਕਿ ਆਪਣੇ ਮਿਹਨਤ ਕੀਤਿਆਂ ਹੀ ਆਪਣੇ ਕੁਝ ਕਾਰੋਬਾਰ ਦੇ ਵਿੱਚ ਮਤਲਬ ਕਿ ਵਾਧਾ ਕੀਤਾ ਪ੍ਰੋਪਰਲੀ। ਮਤਲਬ ਕਿ ਹੁਣ ਜਿਹੜੇ ਹੈਗੇ ਨੇ ਫੰਡੇ ਮਤਲਬ ਕਿ ਲੋਕਾਂ ਨੂੰ ਕਲੀਅਰ ਹੋਣ ਲੱਗੇ ਨੇ, ਅਦਰਵਾਈਜ਼ ਲੋਕੀ ਹਵਾ 'ਚ ਤੁਰੇ ਫਿਰਦੇ ਸੀ।
ਸਰ ਜਿਵੇਂ ਹੁਣ 8 ਸਾਲ ਪੂਰੇ ਹੋ ਗਏ ਹੈ ਨਾ, ਤੇ ਇਸ ਤੋਂ ਪਹਿਲਾਂ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਪ੍ਰਧਾਨ ਮੰਤਰੀ ਸੀ, ਉਸ ਟਾਈਮ ਤੇ ਕਿੱਦਾਂ ਦਾ ਸੀਗਾ ਮਾਹੌਲ, ਤੇ ਉਸ ਟਾਈਮ ਤੇ ਕਿੱਦਾਂ ਦਾ ਸੀਗਾ ਕੰਮ, ਤੇ ਹੁਣ ਦੇ ਵਿੱਚ ਕਿੰਨਾ ਤੁਸੀਂ ਬਦਲਾਵ ਦੇਖਦੇ ਪਏ ਹੋ, ਕਿੰਨਾ ਜਨਤਾ ਦੇ ਅਸਰ ਪਿਆ ਇਸ ਚੀਜ਼ ਨੂੰ ਲੈ ਕੇ? ਦਰਅਸਲ ਉਦੋਂ ਮਤਲਬ ਕਿ ਇੱਕ ਮਤਲਬ ਮੋਮੈਂਟਮ ਬਣਿਆ ਹੋਇਆ ਸੀਗਾ, ਮਤਲਬ ਕਿ ਆਮ ਜਿਹੜੀ ਜਨਤਾ ਸੀ ਕਿ ਮਤਲਬ ਕਿ ਮਾਂ-ਬਾਪ ਦੇ ਦਾਦੇ ਦਾਦੀ ਦੇ ਮਤਲਬ ਕਿ ਪੁਰਾਣੇ ਜਿਹੜੇ ਪੈਸਿਆਂ ਦੇ ਉੱਤੇ ਮਤਲਬ ਕਿ ਲੋਕੀ ਮਤਲਬ ਕਿ ਚੱਲੀ ਜਾ ਰਹੇ ਸੀ, ਉਹਨਾਂ ਨੂੰ ਇਹ ਪਤਾ ਹੀ ਹੈ ਨਹੀਂ ਸੀਗਾ ਵੀ ਮਤਲਬ ਕਿ ਆਪਣਾ ਦਰਮਦਾਰ ਕਿੱਦਾਂ ਸੈੱਟ ਕਰਨਾ ਹੈਗਾ, ਵੀ ਆਪਣੀ ਮਤਲਬ ਕਿ ਸਟੇਜ ਕਿੱਦਾਂ ਸੈੱਟ ਕਰਨੀ ਹੈਗੀ ਹੈ। ਐਜੂਕੇਸ਼ਨ ਵਾਲਾ ਵੀ ਮਤਲਬ ਕਿ ਇਹਦੇ ਵਿੱਚ ਬ੍ਰੇਕ ਪੈਣ ਕਰਕੇ ਨਾ ਮਤਲਬ ਕਿ ਲੋਕਾਂ ਨੂੰ ਖਾਣਾ ਦਾ ਪੈ ਗਿਆ, ਬੇਸ਼ੱਕ ਉਹਨਾਂ ਨੇ ਜੇਬੋਂ ਜਾਂ ਪੱਲਿਓਂ ਖਾਧਾ ਹੈਗਾ, ਲੇਕਿਨ ਕਾਰੋਬਾਰ ਇੱਕਦਮ ਮਤਲਬ ਕਿ ਉਹ ਡਾਊਨ ਟ੍ਰੋਡਨ ਹੋ ਗਏ, ਮਤਲਬ ਖਤਮ ਹੋ ਗਏ। ਇਸ ਕਰਕੇ ਮਤਲਬ ਕਿ ਉਹਨਾਂ ਨੂੰ ਹੁਣ ਮਤਲਬ ਕਿ ਅਸਲੀਅਤ ਪਤਾ ਲੱਗਣ ਲੱਗੇ ਵੀ ਅਸੀਂ ਖੜੇ ਕਿੱਥੇ ਹੈਗੇ, ਮਤਲਬ ਨਾ ਤਾਂ ਕਾਰੋਬਾਰ ਵਾਲੇ ਪਾਸੇ, ਨਾ ਮਤਲਬ ਸਰਵਿਸਿਜ਼ ਵਾਲੇ ਪਾਸੇ, ਨਾ ਗਵਰਨਮੈਂਟ ਜੌਬ ਵਾਲੇ ਪਾਸੇ, ਨਾ ਹੀ ਪ੍ਰਾਈਵੇਟ ਮਤਲਬ ਕਿ ਸੈਕਟਰ ਦੇ ਵਿੱਚ ਮਤਲਬ ਕਿਸੇ ਪਾਸੇ ਵੀ ਮਤਲਬ ਕੋਈ ਵੀ ਉਹਨਾਂ ਨੂੰ ਮਤਲਬ ਕਿ ਨਿਜਾਤ ਨਹੀਂ ਮਿਲ ਰਹੀ ਕਿਸੇ ਪਾਸੇ ਮਤਲਬ ਕਿ। ਹੁਣ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ 2 ਸਾਲ ਬਾਅਦ ਪ੍ਰਧਾਨ ਮੰਤਰੀ ਦੇਖੋਗੇ? ਇਹਦੇ ਵਾਸਤੇ ਜਿਹੜੀ ਕਿ ਮਾਸ ਪੀਪਲ ਦਾ ਜਿਹੜਾ ਮਤਲਬ ਕਿ ਜਿਹੜੀਆਂ ਇਹ ਲੋਕ ਲੁਭਾਵਣੇ ਮਤਲਬ ਕਿ ਜਿਹੜੇ ਲਾਲਚ ਨੇ, ਜਿਹੜਾ ਆਮ ਜਿਹੜਾ ਅਨਪੜ੍ਹ ਮਤਲਬ ਕਿ ਵੋਟਰ ਹੈ ਜਿਹਨੂੰ ਇਹ ਜਾਣਬੁੱਝ ਕੇ ਇੱਥੇ ਇਸ ਸਟੇਜ ਦੇ ਉੱਤੇ ਰੱਖਣਾ ਚਾਹੁੰਦੇ ਨੇ, ਉਹ ਫਸ ਜਾਂਦਾ ਹੈਗਾ ਮਤਲਬ, ਜਿਹਦੇ ਕਰਕੇ ਅਲਟੀਮੇਟਲੀ ਦੇਸ਼ ਸਾਡਾ ਪਿੱਛੇ ਨੂੰ ਜਾ ਰਿਹਾ ਹੈਗਾ, ਮਤਲਬ ਕਿ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਮਤਲਬ ਪ੍ਰੋਪਰ ਅਸੀਂ ਮਤਲਬ ਚੈਨਲ ਦੇ ਥਰੂ ਅੱਗੇ ਨਹੀਂ ਵਧ ਰਹੇ ਮਤਲਬ ਕਿ। ਦੇਖੋ ਹਰ ਇੱਕ ਦਾ ਆਪਣਾ ਆਪਣਾ ਵਿਊ ਹੁੰਦਾ ਜੀ। ਮੇਰੇ ਹਿਸਾਬ ਦੇ ਨਾਲ ਤਾਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ। ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ। ਚਲੋ ਕਿਸੇ ਨੂੰ ਉਹਨਾਂ ਦੀ ਕੋਈ ਇੱਕ ਦੋ ਕੰਮ ਨਹੀਂ ਚੰਗੇ ਲੱਗੇ ਹੋਣਗੇ, ਕਿ ਜਿਸ ਤਰ੍ਹਾਂ ਕਿ GST ਜਾਂ ਨੋਟਬੰਦੀ ਜਾਂ ਜਿਹੜਾ ਕਿਸਾਨਾਂ ਦਾ ਅੰਦੋਲਨ ਸੀਗਾ। ਮੇਰੇ ਹਿਸਾਬ ਦੇ ਨਾਲ ਕਿਸਾਨਾਂ ਦਾ ਅੰਦੋਲਨ ਛੱਡ ਦਈਏ, ਬਾਕੀ ਕੋਈ ਵੀ ਕੰਮ ਉਹਨਾਂ ਨੇ ਹੁਣ ਤੱਕ ਜਿਹੜੇ ਕੀਤੇ ਨੇ ਸਾਰੇ ਵਧੀਆ ਹੀ ਕੀਤੇ ਨੇ। ਚਾਹੇ ਨੋਟਬੰਦੀ ਸੀ, ਨੋਟਬੰਦੀ ਕਰਨ ਦਾ ਮੇਨ ਮਕਸਦ ਸੀਗਾ ਕਿ ਜਿਹੜੇ ਆਪਾਂ ਟੈਰਰਿਸਟ ਨੇ ਉਹਨਾਂ ਨੂੰ ਪੈਸੇ ਜਾਂਦੇ ਸੀਗੇ 2 ਨੰਬਰ ਦੇ, ਇੱਕਦਮ ਉਹਨਾਂ ਨੇ ਨੋਟਬੰਦੀ ਕੀਤੀ ਕਿ ਸਾਰੇ ਜਿੰਨੇ ਵੀ ਆਪਣੇ ਪੁਰਾਣੇ ਨੋਟ ਸੀ ਉਹ ਬੰਦ ਹੋ ਗਏ, ਨਵੇਂ ਨੋਟ ਮਾਰਕੀਟ 'ਚ ਆਏ, ਚੋਰ ਬਜ਼ਾਰੀ ਬੰਦ ਹੋਈ। ਉਹਦੇ ਕਰਕੇ ਇਹ ਚੀਜ਼ ਬਹੁਤ ਵਧੀਆ ਲੱਗੀ। ਰਹੀ ਗੱਲ GST ਦੀ, ਠੀਕ ਹੈ GST ਸਮਝਣ 'ਚ ਸਾਨੂੰ ਟਾਈਮ ਲੱਗਿਆ, ਕਿਉਂਕਿ ਮੈਂ ਵੀ ਦੁਕਾਨਦਾਰ ਹਾਂ, ਮੈਨੂੰ ਸ਼ੁਰੂ 'ਚ ਸਮਝ ਨਹੀਂ ਆਉਂਦੀ ਸੀ ਕਿ GST ਦਾ ਬਿੱਲ ਕਿੱਦਾਂ ਕੱਟਣਾ ਹੈ। ਕੋਈ ਕਹਿੰਦੇ ਜੀ 18% ਹੈ, ਕੋਈ 28% ਦੀ ਸਲੈਬ ਹੈ, ਕੋਈ 12% ਦੀ ਹੈ, ਬਟ ਹੌਲੀ ਹੌਲੀ ਉਹ ਵੀ ਸਾਨੂੰ ਸਮਝ ਆ ਗਈ ਹੈ। ਮੇਰੇ ਮੁਤਾਬਕ ਉਹਨਾਂ ਨੇ ਜੋ ਕੰਮ ਕੀਤੇ ਹੁਣ ਤੱਕ ਵਧੀਆ ਕੀਤੇ ਨੇ। ਕਾਂਗਰਸ ਤੋਂ ਇਹਨਾਂ ਦੀ ਕੁਆਲਿਟੀ ਜ਼ਿਆਦਾ ਵਧੀਆ ਰਹੀ ਹੈ ਜੀ ਮੇਰੇ ਹਿਸਾਬ ਨਾਲ ਤਾਂ। ਜਿਵੇਂ ਹੁਣ ਤੁਸੀਂ ਇਹ ਚੀਜ਼ ਕਹੀ ਕਿ ਨੋਟਬੰਦੀ ਹੋਣ ਤੋਂ ਬਾਅਦ ਹੈ ਨਾ, ਨੋਟਬੰਦੀ ਕਾਲਾ ਧਨ ਨਿਕਲਿਆ, ਤੁਹਾਨੂੰ ਅਸਲ ਵਿੱਚ ਲੱਗਦਾ ਹੈ ਕਿ ਇਸ ਟਾਈਮ ਤੇ ਕਾਲਾ ਧਨ ਨਿਕਲਿਆ? ਭਾਵੇਂ ਨੋਟਬੰਦੀ ਹੋਈ ਸੀ, ਚਾਹੇ ਇਸ ਟਾਈਮ ਤੇ ਜਿਹੜੇ ਮਿਡਲ ਕਲਾਸ ਦੇ ਲੋਕ ਸੀ ਉਹ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਪਿੱਛੇ, ਉਸ ਟਾਈਮ ਤੇ ਸਭ ਤੋਂ ਜ਼ਿਆਦਾ ਪਿੱਛੇ, ਤੇ ਜਿਹੜੇ ਗਰੀਬ ਵਰਗ ਦੇ ਲੋਕ ਸੀ ਤੇ ਜਿਹੜੇ ਅਮੀਰ ਵਰਗ ਦੇ ਲੋਕ ਸੀ ਉਹਨਾਂ ਨੂੰ ਇਹਨਾਂ ਸਭ ਚੀਜ਼ਾਂ ਦਾ ਕੋਈ ਅਸਰ ਨਹੀਂ ਪਿਆ। ਨੋਟਬੰਦੀ ਦੇ ਟਾਈਮ ਤੇ ਕਾਲਾ ਧਨ ਦੀ ਜਿਹੜੀ ਕਾਫੀ ਗੱਲ ਕੀਤੀ ਗਈ ਸੀ, ਇਹਦੇ ਬਾਰੇ ਕੀ? ਦੇਖੋ ਜੀ ਕਾਲਾ ਧਨ ਤਾਂ ਉੱਥੇ ਦਾ ਉੱਥੇ ਹੀ ਖੜਾ ਜੀ। ਸਵਿਟਜ਼ਰਲੈਂਡ ਦੇ ਬੈਂਕਾਂ 'ਚ ਪਹਿਲਾਂ ਸੀ ਤੇ ਅੱਜ ਵੀ ਉੱਥੇ ਹੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸਭ ਤੋਂ ਜ਼ਿਆਦਾ ਦਿੱਕਤ ਆਈ ਸੀਗੀ ਇੱਕ ਲੋਅਰ ਮਿਡਲ ਕਲਾਸ। ਆਪਾਂ ਮਿਡਲ ਕਲਾਸ ਨਹੀਂ ਹੈਗੇ, ਅਸੀਂ ਲੋਅਰ ਮਿਡਲ ਕਲਾਸ ਦੇ ਵਿੱਚ ਹਾਂ। ਇਹਦੇ 'ਚ ਕੋਈ ਝੂਠ ਨਹੀਂ, ਸਾਨੂੰ ਦਿੱਕਤ ਆਈ। ਸਾਨੂੰ ਕੈਸ਼ ਆਊਟਗੋਇੰਗ ਇਨਕਮਿੰਗ ਦੇ ਵਿੱਚ ਬਹੁਤ ਫਰਕ ਹੋਇਆ, ਟਾਈਮ ਲੱਗਿਆ। ਤਗੜਾ ਬੰਦਾ ਤਾਂ ਕੋਈ ਲਾਈਨ 'ਚ ਲੱਗਿਆ ਨਹੀਂ ਜੀ। ਕਰੋੜਪਤੀ ਤਾਂ ਉਹਨਾਂ ਦੇ ਘਰ ਆ ਕੇ ਬੈਂਕ ਵਾਲੇ ਪੈਸੇ ਦੇ ਕੇ ਜਾਂਦੇ ਸੀ। ਹਾਂ ਇਹ ਗੱਲ ਤੁਹਾਡੀ ਸੱਚ ਹੈ, ਉਦੋਂ ਇਹ ਚੀਜ਼ ਦੀ ਤਕਲੀਫ ਆਈ। ਬਾਕੀ ਪੈਸਾ ਤਾਂ ਦੇਖੋ ਜੀ ਨਾ ਪਹਿਲਾਂ ਆਇਆ ਸੀ ਤੇ ਨਾ ਹੁਣ ਆਉਣਾ ਹੈ। ਅੱਧਿਆਂ ਤੋਂ ਵੱਧ ਪੈਸੇ ਤਾਂ ਉਹਨਾਂ ਦੇ ਆਪਣੇ ਮੰਤਰੀਆਂ ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਸਾਡੇ BJP ਦੇ ਨੇ, ਚਾਹੇ ਉਹ ਕਿਸੇ ਹੋਰ ਥਰਡ ਪਾਰਟੀ ਦੇ ਨੇ ਜੀ। ਜਿਹੜਾ GST ਉਸ ਤੋਂ ਬਾਅਦ ਲਾਗੂ ਕੀਤਾ ਗਿਆ, ਉਹ ਕਿੱਦਾਂ ਦਾ ਰਿਹਾ ਦੁਕਾਨਦਾਰ? ਤੁਸੀਂ ਦੁਕਾਨਦਾਰ ਹੋ, ਦੁਕਾਨਦਾਰਾਂ ਲਈ ਕਿੱਦਾਂ ਦਾ ਰਿਹਾ? ਕਿਉਂਕਿ ਦੇਖਿਆ ਜਾਵੇ ਤਾਂ ਬਾਕੀ ਜਿਹੜੇ ਵਰਗ ਦੇ ਲੋਕ ਨੇ ਉਹਨਾਂ ਦੇ ਲਈ ਤਾਂ ਕਾਫੀ ਚੀਜ਼ਾਂ ਰਹੀਆਂ। GST ਤੋਂ ਬਾਅਦ ਜੋ ਮਹਿੰਗਾਈ ਜੋ ਵਧੀ, ਉਸ ਤੋਂ ਬਾਅਦ ਕਾਫੀ ਲੋਕਾਂ ਨੂੰ ਦਿੱਕਤਾਂ ਆਈਆਂ ਨੇ। ਹੁਣ ਤੱਕ ਉਸ ਚੀਜ਼ ਦਾ ਅਸਰ ਲੋਕ ਝੇਲ ਰਹੇ ਨੇ ਨਾ, ਤਾਂ ਇਸ ਤੋਂ ਲੈ ਕੇ ਕੀ? ਦੇਖੋ ਸ਼ੁਰੂ ਵਿੱਚ GST ਮੈਨੂੰ ਵੀ ਸਮਝ ਨਹੀਂ ਪਈ ਸੀ, ਮੇਰੇ ਸਿਰ ਦੇ ਉੱਪਰੋਂ ਲੰਘ ਗਈ ਸੀ ਕਿ ਇਹ ਜੀ 12% ਦੀ ਸਲੈਬ ਹੈ, 18 ਦੀ ਹੈ, ਇਹ 28 ਦੀ ਹੈ। ਬਟ ਜਿੱਦਾਂ ਅਸੀਂ ਇਹਦੇ ਵਿੱਚ ਡੂੰਘੇ ਤਰੀਕੇ ਨਾਲ ਜਾਂਦੇ ਰਹੇ, ਸਾਨੂੰ ਪਤਾ ਲੱਗਦਾ ਰਿਹਾ ਜੀ ਇਹ ਕੰਪੋਜ਼ਿਟ ਬਿੱਲ ਹੈ, ਇਹ ਫਲਾਣਾ ਬਿੱਲ ਹੈ। ਹੌਲੀ ਹੌਲੀ ਸਾਨੂੰ ਉਹ ਨੋਰਮਲ ਹੋ ਗਿਆ। ਬਟ ਸ਼ੁਰੂਆਤ ਵਿੱਚ ਮੇਰੇ ਹਿਸਾਬ ਨਾਲ ਸਾਲ 2 ਸਾਲ ਬਹੁਤ ਮੁਸ਼ਕਲ ਦੇ ਨਾਲ ਸਾਡੇ ਬੀਤੇ। ਉਹਦੇ 'ਚ ਸਾਡਾ ਕਾਰੋਬਾਰ ਵੀ ਖਰਾਬ ਹੁੰਦਾ ਰਿਹਾ। ਹੁਣ ਥੋੜਾ ਨੋਰਮਲ ਹੋ ਗਿਆ ਜੀ। ਪਰ ਹੁਣ ਜੇ ਅਸੀਂ ਗੱਲ ਕਰੀਏ, ਪਹਿਲੇ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਸਾਡੇ ਡਾਕਟਰ ਮਨਮੋਹਨ ਸਿੰਘ ਜੀ, ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹਨਾਂ ਦੋਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਜਿਹੜੇ 8 ਸਾਲ ਉਹਨਾਂ ਦੇ ਤੇ 10 ਸਾਲ ਉਹਨਾਂ ਦੇ ਕਿੱਦਾਂ ਦੇ ਰਹੇ, ਤੁਹਾਨੂੰ ਕਿੱਦਾਂ ਦੇ ਲੱਗੇ? ਦੇਖੋ ਜੀ ਤੁਸੀਂ ਮਨਮੋਹਨ ਸਿੰਘ ਦੀ ਸਰਕਾਰ ਦੀ ਗੱਲ ਕਰਦੇ ਹੋ, ਉਹ ਮਨਮੋਹਨ ਸਿੰਘ ਦੀ ਸਰਕਾਰ ਨਹੀਂ ਸੀ, ਉਹ ਸੋਨੀਆ ਗਾਂਧੀ ਸਰਕਾਰ ਸੀ। ਮਨਮੋਹਨ ਸਿੰਘ ਤਾਂ ਵਿਚਾਰਾ ਇੱਕ ਸਿੱਧਾ ਸਾਦਾ ਬੰਦਾ ਸੀ, ਜੋ ਸੋਨੀਆ ਗਾਂਧੀ ਕਹਿੰਦੀ ਸੀ ਉਹ ਕਰਦਾ ਸੀ। ਨਰਿੰਦਰ ਮੋਦੀ ਆਪਣੇ ਕੰਟਰੋਲ ਦੇ ਨਾਲ, ਆਪਣੇ ਦਿਮਾਗ ਨਾਲ ਕੰਮ ਕਰਦਾ। ਜੋ ਇਹ ਕਰਦਾ ਹੈ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਕੰਮ ਕਰ ਰਿਹਾ। ਬਾਕੀ ਮਹਿੰਗਾਈ ਤਾਂ ਪੂਰੀ ਦੁਨੀਆ ਲਈ ਵਧੀ ਹੈ ਜੀ, ਇਕੱਲੀ ਮੇਰੇ ਲਈ ਜਾਂ ਤੁਹਾਡੇ ਲਈ ਨਹੀਂ ਵਧੀਆ। ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਜਾਓ, ਈਵਨ ਕਿ ਤੁਸੀਂ ਸ਼੍ਰੀਲੰਕਾ ਦੇਖੋ, ਕਹਿੰਦੇ ਉੱਥੇ 300 ਰੁਪਏ ਦੀ ਇੱਕ ਚੀਜ਼, 200 ਰੁਪਏ ਕਿਲੋ ਟਮਾਟਰ ਮਿਲ ਰਹੇ ਆ। ਪਾਕਿਸਤਾਨ ਦੇਖੋ, ਆਪਣੇ ਮਹਿੰਗਾਈ ਤਾਂ ਦੇਖੋ। ਜਦੋਂ 2007 ਦੇ ਵਿੱਚ 83-84 ਰੁਪਏ ਤੇਲ ਜਾਂ 80 ਰੁਪਏ ਲੀਟਰ ਤੇਲ ਮੈਂ ਪਵਾਉਂਦਾ ਰਿਹਾ, ਤੇ ਉਸ ਦੇ ਮੁਤਾਬਕ ਹੁਣ ਹੀ ਆਪਾਂ 100 ਰੁਪਏ ਪਵਾ ਲਾਂਗੇ ਤੇ ਕੋਈ ਬੜੀ ਵੱਡੀ ਮਾਰ ਨਹੀਂ ਹੈ ਜੀ। 100 ਸਵਾ 100 ਇਹ ਤਾਂ ਮਹਿੰਗਾਈ ਦੇ ਨਾਲ ਹੈ ਜੀ।
ਸਭ ਦੇ ਨਾਲ ਵਧੀਆ ਮਹਿੰਗਾਈ ਕੰਮ ਉਹਨਾਂ ਨੇ ਵਧੀਆ ਕੀਤੇ ਨੇ ਜੀ, ਕੋਈ ਮਾੜਾ ਕੰਮ ਨਹੀਂ ਕੀਤਾ। ਬਾਕੀ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਹਰ ਇੱਕ ਦੀ ਆਪਣੀ ਸੋਚ ਹੈ ਜੀ। ਸਰ ਜੇ ਹੋਰ ਜੇ ਅਸੀਂ ਇਸ ਚੀਜ਼ ਨੂੰ ਲੈ ਕੇ ਗੱਲ ਕਰੀਏ ਕਿ 2 ਸਾਲ ਬਾਅਦ ਫਿਰ ਜਿਹੜੇ ਪ੍ਰਧਾਨ ਮੰਤਰੀ ਨੂੰ ਲੈ ਕੇ ਚੁਣਾਵ ਹੋਣਗੇ, ਇਸ ਤੋਂ ਬਾਅਦ ਫਿਰ ਤੁਸੀਂ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਨਗੇ ਜਾਂ ਕਿਸੇ ਹੋਰ ਪਾਰਟੀ ਨੂੰ ਦੇਖ? ਮੇਰੀ ਨਾ ਤੁਸੀਂ ਗੱਲ ਰਿਕਾਰਡ ਕਰ ਲਓ, 14 19 24 29 34 ਜਦ ਤੱਕ ਨਰਿੰਦਰ ਮੋਦੀ ਜਿੰਦਾ ਹੈ ਨਾ, ਇਹ ਪ੍ਰਧਾਨ ਮੰਤਰੀ ਬਣੂਗਾ। ਇਹਨੂੰ ਪ੍ਰਧਾਨ ਮੰਤਰੀ ਮਰਨ ਤੋਂ ਬਾਅਦ ਹੀ ਜਾਊਗਾ ਉਹਨੇ, ਉਸ ਤੋਂ ਪਹਿਲਾਂ ਇਹਨੂੰ ਪ੍ਰਧਾਨ ਮੰਤਰੀ ਤੋਂ ਕੋਈ ਲਾ ਸਕਦਾ ਨਹੀਂ। ਕਾਰਨ ਓਪੋਜੀਸ਼ਨ 'ਚ 10 ਪਾਰਟੀਆਂ ਮਿਲ ਜਾਣ ਨਾ ਇਕੱਠੀਆਂ, ਤਾਂ ਵੀ ਉਹ ਮੇਰੇ ਖਿਆਲ ਸ਼ਾਇਦ 272 ਪਤਾ ਨਹੀਂ 274 75 ਸੀਟਾਂ ਚਾਹੀਦੀਆਂ, ਉਹ ਇਕੱਠੀਆਂ ਨਹੀਂ ਕਰ ਸਕਦੀਆਂ। 10 ਪਾਰਟੀਆਂ ਮਿਲ ਕੇ ਵੀ ਕਿਸੇ ਨੇ ਲੱਤ ਖਿੱਚਣੀ, ਕਿਸੇ ਨੇ ਪੈਰ ਖਿੱਚਣਾ ਵਾ। ਇਹ ਕੁਆਲਿਟੀ ਇਹਨਾਂ ਦੀ ਹੈ। ਇਕੱਲੇ ਆਪਣੇ ਦਮ ਤੇ 300 ਪਲੱਸ ਸੀਟਾਂ ਲਿਆਣਗੇ, 24 ਦੂਰ ਨਹੀਂ ਹੈ, ਉਦੋਂ ਵੀ 300 ਪਲੱਸ ਲੈਣਗੇ। 29 ਵਿੱਚ ਵੀ ਇਹੀ ਬਣੇਗਾ, 34 ਚ ਵੀ ਇਹੀ ਬਣੇਗਾ। ਮੇਰੇ ਤੋਂ ਕਾਗਜ਼ ਤੇ ਲਿਖਾ ਲਓ ਤੁਸੀਂ, ਇਹਨੂੰ ਕੋਈ ਹਰਾ ਨਹੀਂ ਸਕੇਗਾ। ਕਿਉਂਕਿ ਦੇਖਿਆ ਗਿਆ ਬਾਕੀ ਕੰਟਰੀਜ਼ ਨਾਲ ਰਿਲੇਸ਼ਨ ਕਾਫੀ ਬਣਾਏ ਗਏ ਨੇ। ਬਹੁਤ ਵਧੀਆ ਰਿਲੇਸ਼ਨ ਹੋ ਗਿਆ ਜੀ ਇੰਡੀਆ ਦੇ। ਠੀਕ ਹੈ, ਸਾਡੇ ਵਰਗੇ ਬੰਦੇ ਨੂੰ ਨਹੀਂ ਪਤਾ, ਲੇਕਿਨ ਇਹ ਉੱਚੇ ਲੈਵਲ ਤੇ ਦੇਖੋ, ਇਹ ਜਿਹੜੇ ਕੰਟਰੀ ਜਾਂਦੇ ਆ ਸਾਰਿਆਂ ਦੇ ਨਾਲ ਰਿਲੇਸ਼ਨ ਹੈ। ਇੰਡੀਆ ਦੀ ਕੋਈ ਖਿਲਾਫਤ ਨਹੀਂ ਕਰਤਾ। ਈਵਨ ਕਿ ਅਮਰੀਕਾ ਹੋ ਗਿਆ, ਬ੍ਰਿਟੇਨ ਹੋ ਗਿਆ, ਕੋਈ ਵੀ ਦੇਸ਼ ਹੋ ਗਿਆ, ਇੰਡੀਆ ਦੇ ਨਾਲ ਖੜਾ, ਇੰਡੀਆ ਦੇ ਅਗੇਂਸਟ ਨਹੀਂ ਖੜਦਾ ਹੈਗਾ। ਬਿਲਕੁਲ ਵਧੀਆ ਤਰੀਕੇ ਨਾਲ ਮੋਦੀ ਸਾਹਿਬ ਨੇ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਇੰਡੀਆ ਨੂੰ। सर जो प्रधानमंत्री नरेंद्र मोदी के 8 साल पूरे हो चुके हैं ना, 8 साल का काम, 8 साल की कारगुजारी आपको कैसी लगी? ठीक लग रहा है, बढ़िया कर रहा है, मजदूर के लिए ठीक कर रहा है। हाँ जी, हाँ जी। हर वर्ग के लोगों के लिए अच्छा काम चल रहा है, चाहे गरीब हो, चाहे अमीर हो, चाहे मिडिल क्लास। ठीक कर रहा है, ठीक कर रहा है, बढ़िया कर रहा है। 8 साल में क्या क्या आपको अच्छा लगा? ये वो एक पल हम वो चीज़ देखें जब नोटबंदी का टाइम हुआ था ना, तो उस टाइम पे कैसा रहा आपका काम? उस टाइम में काम तो ठीक रहा, लेकिन कुछ दिन के बाद नोटबंदी होते ही काम ठप हो गया। कभी सोचा था कभी कुछ ऐसा होगा, ऐसे मतलब प्रधानमंत्री नरेंद्र मोदी आएंगे और जो है उसके बाद नोटबंदी हो जाएगी? नहीं, ये तो हम किसी ने नहीं सोची होगी? नहीं सोचे थे हम नहीं लोग। सोची, अचानक एक दिन फैसला होता है कि हाँ। अचानक पसा पलट गया। उसके बाद आपको उसके बाद बहुत परेशानी पड़ा, परेशानी तो बहुत झेलना पड़ा, लेकिन अभी के हाल में तो ठीक चल रहा है। आगे आप देखते हो अब 2 साल के बाद फिर से जब चुनाव होते हैं, फिर से आपको लगता है कि प्रधानमंत्री नरेंद्र मोदी ही होंगे कि और कोई होगा? वो नहीं होंगे अब, और कोई होगा? और कोई ये होगा, आपको विश्वास है? ये विश्वास है। ये विश्वास है। मतलब 10 साल पूरे होने के बाद आपको लगता है कि कोई पहले और? भी हम बोले थे, इलेक्शन से पहले ही इलेक्शन हो गया था, तो बोले थे कि वो झाड़ू आएगा, और झाड़ू ही आया। आए थे, मिले थे हमसे। तो बिल्कुल जिद्दां ਅਸੀਂ ਗੱਲਬਾਤ ਕਰ ਰਹੇ ਸੀ ਲੋਕਾਂ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ 8 ਸਾਲ ਪੂਰੇ ਹੋਏ ਨੇ ਕਿੱਦਾਂ ਦੇ ਲੱਗੇ ਲੋਕਾਂ ਨੂੰ, ਤੇ ਉਹੀ ਨੂੰ ਲੈ ਕੇ ਅਸੀਂ ਗੱਲ ਕਰਦੇ ਪਏ ਸੀ। ਕਈਆਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਸਾਲ ਜਿਹੜੇ ਕਾਫੀ ਵਧੀਆ ਰਹੇ ਨੇ, ਅੱਗੇ ਵੀ ਉਹ ਆ ਸਕਦੇ ਨੇ, ਅੱਗੇ ਵੀ ਉਹ 10 ਸਾਲ ਪੂਰੇ ਹੋਣ ਤੋਂ ਬਾਅਦ ਵੀ ਦੁਬਾਰਾ ਪ੍ਰਧਾਨ ਮੰਤਰੀ ਬਣ ਸਕਦੇ ਨੇ 2 ਸਾਲਾਂ ਬਾਅਦ। ਤੇ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਹੋਰ ਕੋਈ ਬਣ ਸਕਦੇ ਨੇ 2 ਸਾਲ ਬਾਅਦ, ਕੋਈ ਹੋਰ ਪ੍ਰਧਾਨ ਮੰਤਰੀ ਵੀ 2024 ਦੇ ਇਲੈਕਸ਼ਨ ਦੇ ਵਿੱਚ ਕੋਈ ਹੋਰ ਪ੍ਰਧਾਨ ਮੰਤਰੀ ਬਣ ਸਕਦਾ। ਤੇ ਇਸ ਨੂੰ ਲੈ ਕੇ ਲੋਕਾਂ ਦੀ ਇਹ ਵੀ ਗੱਲ ਰਹੀ ਹੈ ਕਿ ਜਿਹੜੇ ਨੋਟਬੰਦੀ ਕੀਤੀ ਗਈ, ਜਿਹੜੇ GST ਲਾਗੂ ਕੀਤੇ ਗਏ, ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਕਾਫੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ, ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਯਾਨੀ ਲੋਅਰ ਮਿਡਲ ਕਲਾਸ ਦੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋਏ ਨੇ ਇਸ ਚੀਜ਼ ਨੂੰ ਲੈ ਕੇ। ਇਸ ਚੀਜ਼ ਨੂੰ ਲੈ ਕੇ ਕਾਫੀ ਜਿਹੜਾ ਤੰਗੀ ਦਿਖੀ, ਹਜੇ ਤੱਕ ਇਸ ਗੱਲ ਦਾ ਰੋਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਲੋਕਾਂ ਦੇ ਵਿੱਚ ਜਦੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਉਂਦੇ ਨੇ ਜਾਂ ਨਹੀਂ 2 ਸਾਲ ਬਾਅਦ, ਜਿਹੜੇ ਹੁਣ 8 ਸਾਲ ਪੂਰੇ ਹੋਏ ਨੇ ਕਾਫੀ ਵਧੀਆ ਰਹੇ ਨੇ। ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਜ਼ਰੂਰ ਦੱਸੋ। ਮੈਂ ਇੱਕ ਵਾਰ ਫੇਰ ਆਪਣਾ ਸਵਾਲ ਦੁਹਰਾਉਂਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ 8 ਸਾਲ ਪੂਰੇ ਹੋ ਚੁੱਕੇ ਨੇ, ਤੁਹਾਨੂੰ ਕਿੱਦਾਂ ਦੇ ਲੱਗੇ, ਕਿੱਦਾਂ ਦੇ ਲੱਗੇ 8 ਸਾਲ ਦੀ ਕਾਰਗੁਜ਼ਾਰੀ? ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਤੇ ਇੱਦਾਂ ਹੀ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਕੈਮਰਾਮੈਨ ਕਰਨ ਦੇ ਨਾਲ ਮੈਂ ਨਿਧੀ ਵਰਮਾ।